ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਸਭ ਤੋਂ ਸ਼ਕਤੀਸ਼ਾਲੀ ਆਦਤ ਕਮਾਉਣ ਅਤੇ ਖਰਚਣ ਦੀ ਆਦਤ ਹੁੰਦੀ ਹੈ। ਜਿਹੜੀਆਂ ਚੀਜ਼ਾਂ ਪਹਿਲਾਂ ਪੈਸੇ ਨਾਲ ਨਹੀਂ ਸੀ ਖਰੀਦੀਆਂ ਜਾ ਸਕਦੀਆਂ, ਹੁਣ ਉਹ ਵੀ ਵਿਕਣ ਲੱਗ ਪਈਆਂ ਹਨ। ਕਿਸੇ ਸੰਪੂਰਨ ਬੰਦੇ ਨੂੰ ਪਿਆਰ ਕਰਨਾ ਸੰਭਵ ਨਹੀਂ ਹੁੰਦਾ। ਪਿਆਰ ਹਮੇਸ਼ਾ ਇਸ ਆਸ ਨਾਲ ਕੀਤਾ ਜਾਂਦਾ ਹੈ ਕਿ ਮੈਂ ਆਪਣੇ ਪਿਆਰ ਨਾਲ ਉਸ ਦੇ ਅਧੂਰੇਪਣ ਨੂੰ ਸੰਪੂਰਨਤਾ ਵਿੱਚ ਬਦਲ ਦੇਵਾਂਗਾ। ਸਾਰੇ ਨੁਕਸਾਨ ਭੁੱਲ ਜਾਂਦੇ ਹਨ, ਪਰ ਸੰਤਾਨ ਦਾ ਮਰਨਾ ਅਤੇ ਜਾਇਦਾਦ ਦਾ ਖੁਸਣਾ ਵਕਤ ਦੇ ਬੀਤਣ ਨਾਲ ਚੀਸ ਬਣ ਜਾਂਦੇ ਹਨ। ਜਿਸ ਦੇ ਮਾਪੇ ਉਸ ਦੇ ਬਚਪਨ ਵਿੱਚ ਮਰ ਜਾਣ, ਕੋਈ ਵੀ ਦੁੱਖ ਉਸ ਦੇ ਅਨੁਭਵ ਤੋਂ ਬਾਹਰ ਨਹੀਂ ਰਹਿੰਦਾ। ਸਾਨੂੰ ਥਾਣੇ, ਅਦਾਲਤ ਅਤੇ ਜੇਲ੍ਹ ਵਿੱਚ ਹੀ ਪਤਾ ਲੱਗਦਾ ਹੈ ਕਿ ਦੇਸ਼ ਦੀ ਹਕੂਮਤ ਕਿਹੋ ਜਿਹੀ ਹੈ। ਸਵੈ ਕਾਬੂ ਦੇ ਘੇਰੇ ਵਿੱਚ ਰਹਿਣ ਨੂੰ ਆਜ਼ਾਦੀ ਕਹਿੰਦੇ ਹਨ। ਹਰੇਕ ਸੈਮੀਨਾਰ ਦੇ ਦੋ ਉਦੇਸ਼ ਹੁੰਦੇ ਹਨ: ਕਿਸੇ ਨਵੀਂ ਮੁੱਲਵਾਨ ਸੋਚ ਨੂੰ ਉਪਜਾਉਣਾ ਅਤੇ ਕਿਸੇ ਵੇਲਾ ਵਿਆਹ ਚੁੱਕੀ ਵਿਚਾਰਧਾਰਾ ਨੂੰ ਭੋਗ ਪਾਉਣਾ। ਸੀਮਿਤ ਵਸੀਲਿਆਂ ਨਾਲ ਜੰਗ ਨਹੀਂ ਲੜੀ ਜਾ ਸਕਦੀ। ਇਮਾਨਦਾਰਾਂ ਦੀ ਸਭਾ ਬਣਾਓ, ਵੇਖਦਿਆਂ ਵੇਖਦਿਆਂ ਸਾਰੇ ਬੇਈਮਾਨ ਉਸ ਦੇ ਅਹੁਦੇਦਾਰ ਬਣ ਜਾਣਗੇ। ਬਚਪਨ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦੇ ਮਾਪੇ ਹੁੰਦੇ ਹਨ। ਜੰਗ ਖਤਮ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਹਾਰ ਜਾਓ। ਦੇਸ਼ ਦੇ ਅੰਦਰ ਸੰਪੂਰਨ ਸ਼ਾਂਤੀ ਉਦੋਂ ਹੁੰਦੀ ਹੈ ਜਦੋਂ ਕਿਸੇ ਹੋਰ ਦੇਸ਼ ਵਿਰੁੱਧ ਯੁੱਧ ਚੱਲ ਰਿਹਾ ਹੋਵੇ। ਸਿਖਰ ਤੇ ਪਹੁੰਚਣ ਦਾ ਮਾਰਗ ਕਦੇ ਸਿੱਧਾ ਨਹੀਂ ਹੁੰਦਾ। ਰਾਜਨੀਤੀ ਵਿੱਚ ਕਮਜ਼ੋਰ ਮੋਢੇ ਵੱਡੀਆਂ ਜ਼ਿੰਮੇਵਾਰੀਆਂ ਲਈ ਤਰਲੇ ਮਾਰਦੇ ਹਨ। ਸੰਸਾਰ ਵਿੱਚ ਬੱਕਰੀਆਂ, ਭੇਡਾਂ, ਮੁਰਗੇ ਸ਼ਾਕਾਹਾਰੀ ਭੋਜਨ ਦੇ ਹੱਕ ਵਿੱਚ ਮਤੇ ਪਾਸ ਕਰਦੇ ਹਨ, ਜਦੋਂ ਕਿ ਸ਼ੇਰਾਂ ਅਤੇ ਬਘਿਆੜਾਂ ਦੀ ਰਾਏ ਵੱਖਰੀ ਹੁੰਦੀ ਹੈ। ਕਿਸਮਤ ਦੀ ਉਡੀਕ ਕਰਨ ਵਾਲੇ ਦੀ ਕਿਸਮਤ ਵੀ ਥੱਕ ਜਾਂਦੀ ਹੈ। ਦੋਸਤ ਭਾਵੇਂ ਧੋਖਾ ਹੀ ਦੇਵੇ, ਪਰ ਸ਼ਿਕਵਾ ਕਰਨਾ ਦੋਸਤੀ ਦਾ ਦਸਤੂਰ ਨਹੀਂ ਹੁੰਦਾ। ਉੱਚੇ ਅਹੁਦਿਆਂ ਤੇ ਲੱਗੇ ਲੋਕਾਂ ਨੂੰ ਚਾਪਲੂਸਾਂ, ਚਾਲਬਾਜ਼ਾਂ ਦੀ ਲੋੜ ਇਸ ਲਈ ਪੈਂਦੀ ਹੈ ਕਿਉਂਕਿ ਇਮਾਨਦਾਰ ਵਿਅਕਤੀ ਉਹਨਾਂ ਦੇ ਨਜਾਇਜ਼ ਕੰਮ ਕਰਨ ਲਈ ਤਿਆਰ ਨਹੀਂ ਹੁੰਦੇ। ਪਿਆਰ ਕਰਨ ਅਤੇ ਪਿਆਰ ਕੀਤੇ ਜਾਣ ਦੀ ਇੱਛਾ ਸਾਡੇ ਪੂਰਨ ਭਾਂਤ ਤੰਦਰੁਸਤ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਜਿਸ ਦਾ ਆਪਣਿਆਂ ਨਾਲ ਝਗੜਾ ਨਹੀਂ ਹੁੰਦਾ, ਉਸ ਨੂੰ ਮਨੁੱਖ ਦੇ ਅਸਲੀ ਵਿਹਾਰ ਦਾ ਪਤਾ ਹੀ ਨਹੀਂ ਲੱਗਦਾ। ਹਰ ਕੋਈ ਸੋਚਦਾ ਹੈ ਕਿ ਸਾਰੇ ਮੇਰੇ ਵਰਗੇ ਚੰਗੇ ਕਿਉਂ ਨਹੀਂ ਬਣ ਜਾਂਦੇ। ਜਦੋਂ ਵਿਰੋਧੀ ਵਿਰੋਧ ਦਾ ਬਿਗਲ ਵਜਾਉਂਦੇ ਹਨ ਤਾਂ ਦੋਸਤ ਸਹਿਯੋਗ ਦਾ ਨਗਾਰਾ ਨਹੀਂ ਵਜਾਉਂਦੇ। ਅਸੀਂ ਆਪਣੇ ਦੁਸ਼ਮਣਾਂ ਨੂੰ ਹੀ ਮੁਆਫ਼ ਕਰਦੇ ਹਾਂ। ਦੋਸਤਾਂ ਨੂੰ ਮੁਆਫ਼ ਕਰਨ ਦਾ ਨਾ ਕੋਈ ਢੰਗ ਹੈ, ਨਾ ਹੀ ਰਿਵਾਜ। ਨਫ਼ਰਤ ਨੂੰ ਸ਼ਾਂਤੀ ਨਹੀਂ ਮਿਲਦੀ, ਇਹ ਭਟਕਦੀ ਅਤੇ ਭਟਕਾਉਂਦੀ ਹੈ। ਭੁੱਖੇ ਸ਼ੇਰ ਅਤੇ ਸੋਹਣੀ ਇਸਤਰੀ ਤੋਂ ਕੋਈ ਨਹੀਂ ਬਚ ਸਕਦਾ। ਚੰਗੀ ਪਤਨੀ ਉਹ ਹੁੰਦੀ ਹੈ ਜਿਸ ਸਾਹਮਣੇ ਪਤੀ ਜਿਤਨਾ ਮੂਰਖ ਬਣਨਾ ਚਾਹੇ ਬਣ ਸਕੇ। ਹਜ਼ਾਰ ਦੋਸਤ ਹੋਵੇ, ਮੁਸੀਬਤ ਵੇਲੇ ਇੱਕ ਵੀ ਨਜ਼ਰ ਨਹੀਂ ਆਉਂਦਾ। ਦੁਸ਼ਮਣ ਇੱਕ ਹੋਵੇ, ਸਭ ਪਾਸੇ ਉਹੀ ਦਿਸਦਾ ਹੈ। ਨਫ਼ਰਤ ਕਰਨ ਵਿੱਚ ਵੀ ਮੁਕਾਬਲਾ ਹੁੰਦਾ ਹੈ। ਜੰਗ ਦੌਰਾਨ ਹਰ ਕੋਈ ਚਾਹੁੰਦਾ ਹੈ ਕਿ ਦੁਸ਼ਮਣ ਦੇਸ਼ ਨੂੰ ਮੈਂ ਹੀ ਸਭ ਤੋਂ ਵੱਧ ਨਫ਼ਰਤ ਕਰਾਂ। ਘੁਮਿਆਰ ਘੁਮਿਆਰਾਂ ਨਾਲ, ਕਲਾਕਾਰ ਕਲਾਕਾਰਾਂ ਨਾਲ, ਵਕੀਲ ਵਕੀਲਾਂ ਨਾਲ ਸਾੜਾ ਕਰਦੇ ਹਨ। ਇਸ ਲਈ ਜਿਸ ਨਾਲ ਵੀ ਸਾੜਾ ਕਰੋਗੇ, ਉਸ ਵਰਗੇ ਬਣਨ ਤੋਂ ਤੁਸੀਂ ਬਚ ਨਹੀਂ ਸਕਦੇ। ਉਸ ਤੋਂ ਬਚ ਕੇ ਰਹੋ ਜਿਹੜਾ ਤੁਹਾਡੇ ਥੱਪੜ ਦਾ ਜਵਾਬ ਨਹੀਂ ਦਿੰਦਾ। ਉਹ ਤੁਹਾਨੂੰ ਕਦੀ ਮੁਆਫ਼ ਨਹੀਂ ਕਰੇਗਾ ਅਤੇ ਤੁਹਾਨੂੰ ਵੀ ਆਪਣੇ ਆਪ ਨੂੰ ਮੁਆਫ਼ ਨਹੀਂ ਕਰਨ ਦੇਵੇਗਾ। ਪਤੀ ਪਤਨੀ ਵਿੱਚ ਕਿਤਨਾ ਪਿਆਰ ਹੈ, ਇਹ ਜਾਣਨ ਵਾਸਤੇ ਵੇਖੋ ਕਿ ਉਹ ਲੜਦੇ ਕਿਹੜੇ ਵੇਲੇ ਹਨ। ਪਿਆਰ ਅੰਨ੍ਹਾ ਹੁੰਦਾ ਹੈ, ਵਿਆਹ ਇਸ ਅੰਨ੍ਹੇਪਣ ਦਾ ਇਲਾਜ ਕਰਦਾ ਹੈ। ਆਵਾਜ਼ ਦਾ ਵੀ ਚਿਹਰਾ ਹੁੰਦਾ ਹੈ। ਅਨੇਕਾਂ ਨੂੰ ਅਸੀਂ ਚਿਹਰੇ ਤੋਂ ਨਹੀਂ, ਉਹਨਾਂ ਦੀ ਆਵਾਜ਼ ਤੋਂ ਹੀ ਪਛਾਣਦੇ ਹਾਂ।
ਇਸਤਰੀ ਦੀ ਕਲਪਨਾ ਬੜੀ ਤਿੱਖੀ ਹੁੰਦੀ ਹੈ। ਉਹ ਪ੍ਰਸ਼ੰਸਾ ਨੂੰ ਪਿਆਰ ਅਤੇ ਪਿਆਰ ਨੂੰ ਵਿਆਹ ਸਮਝਣ ਲੱਗ ਪੈਂਦੀ ਹੈ। ਬਹੁਤੇ ਲੋਕ ਪ੍ਰਸੰਨਤਾ ਲੱਭਣ ਵਿੱਚ ਲੱਗੇ ਹੋਏ ਹਨ। ਲੋੜ ਪ੍ਰਸੰਨਤਾ ਸਿਰਜਣ ਦੀ ਹੈ। ਜਿਹੜਾ ਪਿਆਰ ਅੰਨਾ ਹੁੰਦਾ ਹੈ, ਉਹ ਅਸਲ ਵਿੱਚ ਸਵੈ ਪਿਆਰ ਹੁੰਦਾ ਹੈ। ਜਿਨ੍ਹਾਂ ਨੂੰ ਇਕੱਲੇ ਰਹਿਣਾ ਨਹੀਂ ਆਉਂਦਾ, ਉਹ ਚੰਗਾ ਸਾਥ ਨਹੀਂ ਬਣਦੇ। ਦੂਜਿਆਂ ਦੀ ਝੂਠੀ ਪ੍ਰਸ਼ੰਸਾ ਕਰਕੇ ਮਨੁੱਖ ਆਸ ਕਰਦਾ ਹੈ ਕਿ ਹੁਣ ਦੂਜੇ ਉਸ ਦੀ ਸੱਚੀ ਪ੍ਰਸ਼ੰਸਾ ਕਰਨਗੇ। ਮੁਕਾਬਲੇ ਦੀ ਅਜੋਕੀ ਦੁਨੀਆ ਵਿੱਚ ਦੋਸਤੀਆਂ ਨੂੰ ਦਾਅ 'ਤੇ ਲਾਉਣਾ ਹੁਣ ਕਿਸੇ ਨੂੰ ਹੈਰਾਨ ਨਹੀਂ ਕਰਦਾ। ਸੰਸਾਰ ਵਿੱਚ ਕੁਝ ਵੀ ਅੰਤਿਮ ਨਹੀਂ, ਨਾ ਸਫਲਤਾ, ਨਾ ਅਸਫਲਤਾ, ਨਾ ਮੈਂ, ਨਾ ਤੁਸੀਂ। ਦੂਜਿਆਂ ਬਾਰੇ ਚੁਗਲੀਆਂ ਤੇ ਗੱਪਾਂ ਉਹੀ ਮਾਰਦੇ ਹਨ ਜਿਨ੍ਹਾਂ ਦੀ ਆਪਣੇ ਵਿਕਾਸ ਵਿੱਚ ਦਿਲਚਸਪੀ ਨਹੀਂ ਹੁੰਦੀ। ਮੁਕਾਬਲੇ ਵਿੱਚ ਰੁੱਝਿਆ ਵਿਅਕਤੀ ਜਿਨ੍ਹਾਂ ਨਾਲ ਮੁਕਾਬਲਾ ਕਰਦਾ ਹੈ, ਉਹਨਾਂ ਦਾ ਚਲਾਇਆ ਚੱਲਦਾ ਹੈ। ਯੋਗਤਾ ਇਕਾਂਤ ਵਿੱਚ ਉਸਰਦੀ ਹੈ, ਪਰ ਚਰਿੱਤਰ ਲੋਕਾਂ ਦੀ ਹਾਜ਼ਰੀ ਵਿੱਚ ਉਸਰਦਾ ਹੈ। ਜ਼ਿੰਦਗੀ ਨਾਲ ਰਗੜ ਖਾਣੀ ਲਾਜ਼ਮੀ ਹੈ। ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਇਹ ਸਾਡਾ ਚੂਰਾ ਕਰ ਦੇਵੇ ਜਾਂ ਇਹ ਸਾਨੂੰ ਹੀਰੇ ਵਾਂਗ ਚਮਕਾ ਦੇਵੇ। ਧਰਤੀ ਦੇ ਜਿਸ ਭਾਗ ਵਿੱਚ ਲੋਕ ਵੱਸਦੇ ਹਨ, ਉਹਨਾਂ ਦਾ ਚਰਿੱਤਰ ਉਸ ਥਾਂ ਦੀ ਜ਼ਮੀਨ ਵਰਗਾ ਹੁੰਦਾ ਹੈ। ਜਦੋਂ ਕਿਸੇ ਪਸ਼ੂ ਨੂੰ ਧਿਆਨ ਨਾਲ ਵੇਖੋਗੇ, ਅਕਸਰ ਲੱਗੇਗਾ ਜਿਵੇਂ ਉਹ ਤੁਹਾਡਾ ਮਖੌਲ ਉਡਾ ਰਿਹਾ ਹੋਵੇ। ਜਿਹੜਾ ਦੇਵਤਾ ਦੰਡ ਨਹੀਂ ਦੇ ਸਕਦਾ, ਮਨੁੱਖ ਉਸ ਦੀ ਪੂਜਾ ਵੀ ਨਹੀਂ ਕਰਦਾ। ਧਰਮ ਨੂੰ ਸੁਧਾਰਨ ਅਤੇ ਬਦਲਣ ਵਾਸਤੇ ਧਾਰਮਿਕ ਹੋਣਾ ਪਵੇਗਾ। ਜਦੋਂ ਕੋਈ ਕੇਵਲ ਰੱਬ ਨੂੰ ਪਿਆਰ ਕਰਨ ਦੀਆਂ ਗੱਲਾਂ ਕਰਦਾ ਹੈ, ਤਾਂ ਅਸਲ ਵਿੱਚ ਉਹ ਕਿਸੇ ਮਨੁੱਖ ਤੋਂ ਪਰੇਸ਼ਾਨ ਹੋਇਆ ਹੁੰਦਾ ਹੈ। ਬੱਚਿਆਂ ਦੀਆਂ ਖੇਡਾਂ ਨੂੰ ਤਰਕਸ਼ੀਲ ਬਣਾਉਣਾ ਮੂਰਖਤਾ ਹੁੰਦੀ ਹੈ। ਕਿਸੇ ਚੀਜ਼ ਦੀ ਕੀਮਤ ਇਸ ਗੱਲ ਵਿੱਚ ਨਹੀਂ ਹੁੰਦੀ ਕਿ ਉਸ ਲਈ ਕਿਤਨਾ ਮੁੱਲ ਤਾਰਿਆ ਗਿਆ ਹੈ, ਸਗੋਂ ਇਸ ਗੱਲ ਵਿੱਚ ਹੁੰਦੀ ਹੈ ਕਿ ਉਸ ਨੂੰ ਖਰੀਦਣ ਲਈ ਕਿਤਨੀ ਮਿਹਨਤ ਕਰਨੀ ਪਈ ਹੈ। ਜੇ ਸਾਡੀ ਕਿਸੇ ਬੰਦੇ ਵਿੱਚ ਦਿਲਚਸਪੀ ਨਾ ਹੋਵੇ ਤਾਂ ਵੇਖ ਕੇ ਸਾਡੀਆਂ ਅੱਖਾਂ ਫੋਟੋ ਹੀ ਖਿੱਚਦੀਆਂ ਹਨ। ਜੇ ਦਿਲਚਸਪੀ ਹੋਵੇ ਤਾਂ ਪੂਰੀ ਫਿਲਮ ਬਣਾ ਲੈਂਦੀਆਂ ਹਨ। ਮੁਸਕਰਾਹਟ ਦਾ ਅਸਰ ਸਾਡੇ ਚਿਹਰੇ 'ਤੇ ਹੁੰਦਾ ਹੈ। ਮੁਸਕਰਾਹਟ ਦਾ ਅਸਰ ਸਾਰੇ ਚਿਹਰੇ 'ਤੇ ਹੁੰਦਾ ਹੈ, ਜਦੋਂ ਕਿ ਹੱਸਣ ਦਾ ਅਸਰ ਮੂੰਹ ਦੇ ਆਲੇ ਦੁਆਲੇ ਹੀ ਰਹਿੰਦਾ ਹੈ। ਜਾਗਦੀਆਂ ਅੱਖਾਂ ਦੇ ਸੁਪਨਿਆਂ ਨੂੰ ਸਫਲਤਾ ਕਹਿੰਦੇ ਹਨ। ਅਸੀਂ ਜਿਉਂਦੇ ਭਾਵਨਾਵਾਂ ਨਾਲ ਹਾਂ, ਪਰ ਜ਼ਿੰਦਗੀ ਨੂੰ ਬਰਦਾਸ਼ਤ ਬੁੱਧੀ ਨਾਲ ਕਰਦੇ ਹਾਂ। ਸਵੇਰ ਵੇਲੇ ਲੱਗਦਾ ਹੈ ਕਿ ਅੱਜ ਕੱਲ੍ਹ ਨਾਲੋਂ ਚੰਗਾ ਹੈ, ਸ਼ਾਮ ਨੂੰ ਲੱਗਦਾ ਹੈ ਕਿ ਅੱਜ ਵੀ ਕੱਲ੍ਹ ਵਰਗਾ ਹੀ ਹੈ। ਹੱਥ ਦੀਆਂ ਉਂਗਲਾਂ ਵਿੱਚ ਵਿੱਥ ਇਸ ਲਈ ਹੁੰਦੀ ਹੈ ਤਾਂ ਜੋ ਅਸੀਂ ਕਿਸੇ ਦਾ ਹੱਥ ਪਕੜ ਸਕੀਏ ਜਾਂ ਕੋਈ ਸਾਡਾ ਹੱਥ ਫੜ ਲਵੇ। ਕੋਈ ਚੀਜ਼ ਖਰੀਦਣ ਲਈ ਕੀਤੀ ਮਿਹਨਤ ਦੇ ਅਨੁਪਾਤ ਵਿੱਚ ਹੀ ਕਿਸੇ ਚੀਜ਼ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਜਿਉਂ-ਜਿਉਂ ਮਨੁੱਖ ਸਿਆਣਾ ਅਤੇ ਸੂਖਮ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਉਸ ਵਿੱਚ ਦੁਖੀ ਹੋਣ ਦੀ ਯੋਗਤਾ ਵਧੀ ਜਾਂਦੀ ਹੈ। ਕੰਮ ਕਰਨਾ ਸੋਚਣ ਨਾਲੋਂ ਸੌਖਾ ਹੁੰਦਾ ਹੈ। ਕੰਮ ਤਾਂ ਅਨੇਕਾਂ ਕਰ ਲੈਂਦੇ ਹਨ, ਪਰ ਸੋਚਦਾ ਕੋਈ ਹੈ। ਅਮੀਰ ਉਹ ਹੈ ਜਿਸ ਦੀਆਂ ਖੁਸ਼ੀਆਂ ਸਸਤੀਆਂ ਹੁੰਦੀਆਂ ਹਨ। ਹਰ ਕੰਮ ਦੇ ਅੱਧ ਵਿੱਚ ਪਹੁੰਚ ਕੇ ਸਾਡੀ ਉਸ ਕੰਮ ਬਾਰੇ ਰਾਏ ਬਦਲ ਜਾਂਦੀ ਹੈ। ਜਦੋਂ ਕੋਈ ਕੰਮ ਪੂਰਾ ਹੋ ਜਾਂਦਾ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਜੋ ਮੁੱਢ ਵਿੱਚ ਸੋਚਿਆ ਸੀ ਉਹ ਕੁਝ ਹੋਰ ਸੀ, ਇਹ ਕੁਝ ਹੋਰ ਹੈ। ਜੀਵਨ ਦਾ ਬਹੁਤਾ ਸਮਾਂ ਮਨੁੱਖ ਦੂਜਿਆਂ ਵਰਗਾ ਬਣਨ ਵਿੱਚ ਗੁਆ ਦਿੰਦਾ ਹੈ। ਦੂਜਿਆਂ ਨੂੰ ਅਸੀਂ ਉਦੋਂ ਹੀ ਮੁਆਫ਼ ਕਰਦੇ ਹਾਂ ਜਦੋਂ ਮੁਆਫ਼ ਕਰਨ ਨਾਲ ਸਾਨੂੰ ਲਾਭ ਹੁੰਦਾ ਹੋਵੇ। ਜਿਸ ਦੀ ਕਿਸੇ ਵੀ ਬੰਦੇ ਵਿੱਚ ਦਿਲਚਸਪੀ ਨਹੀਂ ਹੁੰਦੀ, ਉਹ ਵੀ ਚਾਹੁੰਦਾ ਹੈ ਕਿ ਦੂਜੇ ਉਸ ਵਿੱਚ ਦਿਲਚਸਪੀ ਲੈਣ। ਨਿਰਾਸ਼ਾਵਾਦੀ ਨੂੰ ਸਭ ਤੋਂ ਵੱਧ ਔਖ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਕਿਸੇ ਆਸ਼ਾਵਾਦੀ ਨਾਲ ਰਹਿਣਾ ਪਵੇ। ਆਪਣੇ ਦੁਸ਼ਮਣਾਂ ਦੇ ਮਰਨ ਦੀ ਕਾਮਨਾ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਡੇ ਲਈ ਆਪਣੀ ਸਫਲਤਾ ਨੂੰ ਮਾਣਨ ਲਈ ਉਹਨਾਂ ਦਾ ਹੋਣਾ ਜ਼ਰੂਰੀ ਹੈ। ਕਿਸੇ ਦੀ ਲੰਮੀ ਇੰਤਜ਼ਾਰ ਦੌਰਾਨ ਅਸੀਂ ਉਸਦੇ ਗੁਣਾਂ ਬਾਰੇ ਨਹੀਂ, ਉਸਦੇ ਕੇਵਲ ਦੋਸ਼ਾਂ ਬਾਰੇ ਹੀ ਸੋਚਦੇ ਹਾਂ। ਅਸਫਲਤਾ ਉਹ ਹਾਲਤ ਹੁੰਦੀ ਹੈ ਜਦੋਂ ਮਨੁੱਖ ਸਫਲ ਹੋਣ ਲਈ ਯਤਨ ਕਰਨਾ ਬੰਦ ਕਰ ਦੇਵੇ।
ਪ੍ਰੇਮੀ ਸਮਝਦਾ ਹੈ ਕਿ ਉਸ ਦੀ ਪ੍ਰੇਮਿਕਾ ਕੋਲ ਉਸ ਦੇ ਸਾਰੇ ਮਸਲਿਆਂ ਅਤੇ ਸਵਾਲਾਂ ਦੇ ਜਵਾਬ ਹਨ। ਬਦਲੇ ਦੀ ਭਾਵਨਾ ਸਾਡਾ ਸਭ ਕੁਝ ਬੋਝਲ ਬਣਾ ਦਿੰਦੀ ਹੈ। ਇਕੱਠੇ ਗਾਉਣ ਨਾਲ ਮਨੁੱਖ ਲਾਲਚ, ਸਵਾਰਥ ਅਤੇ ਮੰਦ ਭਾਵਨਾ ਤੋਂ ਮੁਕਤ ਹੋ ਜਾਂਦਾ ਹੈ। ਪੱਖਪਾਤੀ ਵਿਚਾਰਧਾਰਾ ਹਿੰਸਾ ਤੋਂ ਬਿਨਾਂ ਲਾਗੂ ਨਹੀਂ ਕੀਤੀ ਜਾ ਸਕਦੀ। ਅਮਰੀਕਨਾਂ ਵਾਸਤੇ ਸੰਸਾਰ ਅਮਰੀਕਾ ਤੋਂ ਆਰੰਭ ਹੋ ਕੇ ਅਮਰੀਕਾ ਤੇ ਹੀ ਮੁੱਕ ਜਾਂਦਾ ਹੈ। ਜਿਨ੍ਹਾਂ ਦਾ ਪਿਛੋਕੜ ਇੱਕੋ ਹੋਵੇ, ਉਹ ਦੋਸਤ ਤੇ ਦੁਸ਼ਮਣ ਦੋਵੇਂ ਸੌਖਿਆਂ ਅਤੇ ਜਲਦੀ ਬਣ ਜਾਂਦੇ ਹਨ। ਬੱਚਿਆਂ ਦੀ ਚਿੰਤਾ ਕਰਨੀ ਮਾਂ ਆਪਣਾ ਜਨਮਜਾਤ ਅਧਿਕਾਰ ਸਮਝਦੀ ਹੈ। ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਨਾਲ ਵਿਦਿਆਰਥੀਆਂ ਨੂੰ ਦੂਜਿਆਂ ਵਰਗੇ ਹੋਣ ਦਾ ਆਨੰਦ ਮਿਲਦਾ ਹੈ। ਹਿੰਸਾ ਨਾਲ ਪ੍ਰਾਪਤ ਕੀਤੀ ਕੋਈ ਵੀ ਜਿੱਤ ਹਾਰ ਹੀ ਹੁੰਦੀ ਹੈ, ਕਿਉਂਕਿ ਇਹ ਹੰਢਣਸਾਰ ਨਹੀਂ ਹੁੰਦੀ। ਚੰਗੀ ਗੱਲਬਾਤ ਚਰਿੱਤਰ ਦਾ ਸ਼ਿੰਗਾਰ ਹੁੰਦੀ ਹੈ। ਆਪਣੇ ਆਪ ਨੂੰ ਕੋਈ ਵੀ ਨਫ਼ਰਤ ਨਹੀਂ ਕਰਦਾ। ਇਹ ਕੰਮ ਅਸੀਂ ਦੂਜਿਆਂ ਤੋਂ ਕਰਵਾਉਂਦੇ ਹਾਂ। ਮਨੁੱਖ ਬਚ ਕੇ ਪ੍ਰਸੰਨ ਮਹਿਸੂਸ ਕਰਦਾ ਹੈ, ਭਾਵੇਂ ਅਸਮਾਨ ਤੋਂ ਡਿੱਗ ਕੇ ਖੰਜੂਰ ਵਿੱਚ ਅੜ ਜਾਵੇ। ਇੱਕ ਮੂੰਹ ਨਾਲ ਕਿਸੇ ਨੂੰ ਨਿਰਾਸ਼ਤਾ ਨਹੀਂ ਹੁੰਦੀ ਅਤੇ ਇੱਕ ਅੱਖ ਨਾਲ ਕੋਈ ਸੰਤੁਸ਼ਟ ਨਹੀਂ ਹੁੰਦਾ। ਗਰੀਬਾਂ, ਅਨਪੜ੍ਹਾਂ ਅਤੇ ਬਿਮਾਰਾਂ ਲਈ ਕੋਈ ਆਜ਼ਾਦੀ ਨਹੀਂ ਹੁੰਦੀ। ਡਰਿਆ ਹੋਇਆ ਮਨੁੱਖ ਬੱਚੇ ਵਾਂਗ ਵਿਹਾਰ ਕਰਨ ਲੱਗ ਪੈਂਦਾ ਹੈ। ਅੱਗ ਲੱਗਣ, ਹੜ੍ਹ ਆਉਣ ਅਤੇ ਸੱਪ ਦਿਸਣ ਉੱਤੇ ਹੁਣ ਵੀ ਮਨੁੱਖ ਉਵੇਂ ਹੀ ਵਿਹਾਰ ਕਰਦਾ ਹੈ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਕਰਦਾ ਸੀ। ਹੱਸਣ ਦਾ ਢੰਗ ਹਰੇਕ ਸਮਾਜ ਦਾ ਵੱਖਰਾ ਹੁੰਦਾ ਹੈ। ਮੁਸਕਰਾਉਣ ਦਾ ਢੰਗ ਸਭਨੀ ਥਾਈਂ ਇੱਕੋ ਜਿਹਾ ਹੁੰਦਾ ਹੈ। ਅਕਲ ਦੀ ਗਰੀਬੀ ਛੁਪਾਉਣ ਵਾਸਤੇ ਮਨੁੱਖ ਅਕਸਰ ਗੰਭੀਰਤਾ ਦਾ ਨਾਟਕ ਖੇਡਦਾ ਹੈ। ਦੁਖੀ ਲੋਕ ਇਸ ਕਰਕੇ ਵੀ ਦੁਖੀ ਹੁੰਦੇ ਹਨ ਕਿਉਂਕਿ ਕੋਈ ਉਹਨਾਂ ਦਾ ਦੁੱਖ ਨਹੀਂ ਸਮਝਦਾ। ਜਿੱਥੇ ਸਾਹਿਤ ਪੜ੍ਹਨ ਦੀ ਵਿਹਲ ਹੁੰਦੀ ਹੈ, ਉੱਥੇ ਬੇਚੈਨੀ ਰਹਿ ਹੀ ਨਹੀਂ ਸਕਦੀ। ਬਹੁਤੇ ਲੋਕ ਇਤਨੇ ਮਜ਼ਬੂਤ ਨਹੀਂ ਹੁੰਦੇ ਕਿ ਖੁਸ਼ੀ ਦਾ ਹਮਲਾ ਬਰਦਾਸ਼ਤ ਕਰ ਸਕਣ, ਇਸ ਲਈ ਉਹ ਮਾਣ ਨਾਲ ਕਹਿੰਦੇ ਹਨ ਕਿ ਉਹ ਬੜੇ ਦੁਖੀ ਹਨ। ਘਮੰਡੀ ਜਦੋਂ ਕਿਸੇ ਨੂੰ ਪ੍ਰਸੰਨ ਵੇਖਦਾ ਹੈ ਤਾਂ ਝੁਰਦਾ ਹੈ ਕਿ ਇਹ ਪ੍ਰਸੰਨਤਾ ਤਾਂ ਮੇਰੇ ਕੋਲ ਹੋਣੀ ਚਾਹੀਦੀ ਸੀ। ਅਸੀਂ ਆਪਣੀ ਸੂਰਤ ਤੋਂ ਨਹੀਂ, ਆਪਣੇ ਖੋਖਲੇਪਣ ਤੋਂ ਮਾਯੂਸ ਹੁੰਦੇ ਹਾਂ। ਜੀਵਨ ਮਾਣਨ ਲਈ ਖੁਸ਼ੀ ਦੀ ਲੋੜ ਪੈਂਦੀ ਹੈ, ਪਰ ਖੁਸ਼ੀ ਨੂੰ ਉਪਜਾਉਣ ਲਈ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਕੱਟੜਵਾਦ ਉਸ ਹਾਲਤ ਨੂੰ ਕਹਿੰਦੇ ਹਨ ਜਦੋਂ ਕੋਈ ਮੰਜ਼ਿਲ ਭੁੱਲ ਜਾਵੇ ਅਤੇ ਰਫ਼ਤਾਰ ਦੁੱਗਣੀ ਕਰ ਦੇਵੇ। ਆਪ ਸਹੀ ਹੋਣ ਨਾਲ ਅਸੀਂ ਸੰਤੁਸ਼ਟ ਨਹੀਂ ਹੁੰਦੇ। ਸੰਤੁਸ਼ਟ ਅਸੀਂ ਦੂਜਿਆਂ ਨੂੰ ਗਲਤ ਸਾਬਿਤ ਕਰਕੇ ਹੀ ਹੁੰਦੇ ਹਾਂ। ਜਿਹੜੇ ਕੰਮ ਅਸੰਭਵ ਅਤੇ ਮੁਸ਼ਕਿਲ ਲੱਗਦੇ ਸਨ, ਉਹਨਾਂ ਦੇ ਕਾਰਨ ਅਤੇ ਕੀਤੇ ਹੋਣ ਨੂੰ ਯਾਦ ਕਰਕੇ ਸਾਡਾ ਸਵੈ ਵਿਸ਼ਵਾਸ ਵੱਧ ਜਾਂਦਾ ਹੈ। ਜਦੋਂ ਸਾਡਾ ਨਾਂ ਅਤੇ ਵਿਹਾਰ ਇੱਕ ਸੁਰ ਨਾ ਹੋਣ ਤਾਂ ਪਰਿਵਾਰ ਅਤੇ ਸਮਾਜ ਸਾਨੂੰ ਸ਼ਰਮਸਾਰ ਕਰਦੇ ਰਹਿੰਦੇ ਹਨ। ਮਨੁੱਖ ਕਿਸੇ ਵੱਲੋਂ ਕੀਤੇ ਨੁਕਸਾਨ ਨੂੰ ਭੁੱਲ ਜਾਂਦਾ ਹੈ, ਪਰ ਉਸ ਵੱਲੋਂ ਕੀਤੀ ਬੇਇੱਜ਼ਤੀ ਨੂੰ ਨਹੀਂ ਭੁੱਲਦਾ। ਅਸੀਂ ਪ੍ਰਸ਼ੰਸਾ ਹੀ ਨਹੀਂ ਚਾਹੁੰਦੇ, ਇਹ ਵੀ ਚਾਹੁੰਦੇ ਹਾਂ ਕਿ ਪ੍ਰਸ਼ੰਸਾ ਹੋਰਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇ। ਕਮਜ਼ੋਰ ਆਦਮੀ ਵੱਲੋਂ ਦਿੱਤੀਆਂ ਧਮਕੀਆਂ ਉਸ ਦਾ ਆਪਣਾ ਨੁਕਸਾਨ ਵੱਧ ਕਰਦੀਆਂ ਹਨ। ਮੰਦ ਭਾਵਨਾ ਕਾਮ ਭਾਵਨਾ ਵਾਂਗ ਜਦੋਂ ਸਿਖਰ ਤੇ ਹੁੰਦੀ ਹੈ ਤਾਂ ਇਹ ਸ਼ਰਮ ਤੋਂ ਮੁਕਤ ਹੋ ਜਾਂਦੀ ਹੈ। ਸਾਡੇ ਲਈ ਕ੍ਰਿਤਕਣ ਉਹ ਹੁੰਦੇ ਹਨ ਜਿਹੜੇ ਸਾਡੀ ਮਦਦ ਲੈ ਕੇ ਸਾਡੇ ਨਾਲੋਂ ਵੱਧ ਤਰੱਕੀ ਕਰ ਜਾਂਦੇ ਹਨ। ਕਿਸੇ ਨੂੰ ਨਫ਼ਰਤ ਕਰਨ ਨਾਲ ਹੋਣ ਵਾਲੀ ਥਕਾਵਟ ਸਾਨੂੰ ਅੰਦਰੋਂ ਭੰਨਦੀ ਹੈ। ਚਲਾਕੀ ਨਲਾਇਕੀ ਵਿੱਚੋਂ ਉਪਜਦੀ ਹੈ। ਲਾਇਕ ਵਿਅਕਤੀ ਅਕਸਰ ਸਾਊ ਹੁੰਦੇ ਹਨ। ਮੁੱਢ ਵਿੱਚ ਹਰ ਕੋਈ ਮੌਲਿਕ ਹੁੰਦਾ ਹੈ, ਪਰ ਮਗਰੋਂ ਹਰ ਕੋਈ ਕਿਸੇ ਦੀ ਨਕਲ ਬਣ ਜਾਂਦਾ ਹੈ। ਵੱਡੇ ਅਤੇ ਚੰਗੇ ਕੰਮ ਕਰਨ ਵਾਸਤੇ ਮਨੁੱਖ ਕੋਲ ਨੀਅਤ ਵੀ ਹੋਣੀ ਚਾਹੀਦੀ ਹੈ ਅਤੇ ਮਿਹਨਤ ਕਰਨ ਦੀ ਆਦਤ ਵੀ, ਨਹੀਂ ਤਾਂ ਉਸ ਦੀਆਂ ਗੱਲਾਂ ਨੂੰ ਫੜਾਂ ਹੀ ਕਿਹਾ ਜਾਵੇਗਾ। ਸਵੇਰੇ ਜ਼ਿੰਦਗੀ ਦਾ ਉਤਸ਼ਾਹ ਵੱਧ ਹੋਣ ਕਾਰਨ ਨਾਸ਼ਤਾ ਸੰਖੇਪ ਹੁੰਦਾ ਹੈ। ਜੀਵਨ ਵਿੱਚ ਉਮੀਦ ਦਾ ਸਾਥ ਤਾਂ ਚੰਗਾ ਹੁੰਦਾ ਹੈ, ਪਰ ਅਗਵਾਈ ਮਿਹਨਤ ਦੀ ਹੀ ਚੰਗੀ ਹੁੰਦੀ ਹੈ।
ਅਸੀਂ ਸਫਲਤਾ ਦਾ ਕੇਵਲ ਉਤਨਾ ਭਾਗ ਹੀ ਮਾਣਦੇ ਹਾਂ ਜਿਤਨਾ ਸਾਡੇ ਵਿਹਾਰ ਦਾ ਭਾਗ ਬਣ ਜਾਂਦਾ ਹੈ। ਹਰੇਕ ਆਪਣੀ ਸਫਲਤਾ ਸਾਕਾਂ ਸੰਬੰਧੀਆਂ ਨੂੰ ਵਿਖਾ ਕੇ ਖੁਸ਼ ਹੁੰਦਾ ਹੈ, ਪਰ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਸਫਲਤਾ ਬਾਰੇ ਸਾਡੇ ਵਿਰੋਧੀਆਂ ਨੂੰ ਪਤਾ ਲੱਗੇ। ਅਰਦਾਸ ਵਿੱਚ ਅਸੀਂ ਪ੍ਰਮਾਤਮਾ ਨੂੰ ਕਹਿੰਦੇ ਹਾਂ, ਮੇਰੇ ਲਈ 2 ਅਤੇ 2 4 ਨਾਲੋਂ ਵੱਧ ਹੋਣੇ ਚਾਹੀਦੇ ਹਨ। ਪਿਆਰ ਨਾਲ ਹਰ ਕੋਈ ਪਿਆਰਾ ਲੱਗਣ ਲੱਗ ਪੈਂਦਾ ਹੈ, ਜਦੋਂ ਕਿ ਨਫ਼ਰਤ ਕਿਸੇ ਇੱਕ ਬੰਦੇ ਤੇ ਕੇਂਦਰਿਤ ਹੁੰਦੀ ਹੈ। ਕੁਦਰਤ ਦੇ ਨੇਮ ਤਾਂ ਹਨ, ਪਰ ਕੁਦਰਤ ਦਾ ਉਦੇਸ਼ ਕੋਈ ਨਹੀਂ। ਇਸਤਰੀਆਂ ਪੁਰਸ਼ਾਂ ਵਾਂਗ ਬਹਿਸ ਨਹੀਂ ਕਰਦੀਆਂ, ਕਿਉਂਕਿ ਉਹਨਾਂ ਨੇ ਘਰ ਦੇ ਕੰਮ ਵੀ ਨਿਪਟਾਣੇ ਹੁੰਦੇ ਹਨ। ਅਕਲਮੰਦ ਉਹ ਹੈ ਜਿਹੜਾ ਅਧੂਰੇ ਤੱਥਾਂ ਦੇ ਆਧਾਰ ਤੇ ਵੀ ਠੀਕ ਨਿਰਣਾ ਕਰ ਲਵੇ। ਜੇ ਚੇਤਾਵਨੀ ਅਸਰ ਨਹੀਂ ਕਰਦੀ ਤਾਂ ਬੇਨਤੀ ਤਾਂ ਬਿਲਕੁਲ ਨਹੀਂ ਕਰੇਗੀ। ਜਿਸ ਨੂੰ ਚਿੜਨ ਦੀ ਆਦਤ ਹੋਵੇ ਉਹ ਚਾਪਲੂਸ ਨਹੀਂ ਬਣ ਸਕਦਾ। ਬਾਂਦਰ ਸ਼ੀਸ਼ੇ ਵਿੱਚੋਂ ਬਾਂਦਰ ਨੂੰ ਵੇਖ ਕੇ ਸੰਤੁਸ਼ਟ ਹੋ ਜਾਂਦਾ ਹੈ, ਪਰ ਮਨੁੱਖ ਨੂੰ ਸ਼ੀਸ਼ੇ ਵਿੱਚੋਂ ਜਦੋਂ ਬਾਂਦਰ ਵਿਖਾਈ ਦਿੰਦਾ ਹੈ ਤਾਂ ਉਹ ਸ਼ਿਕਾਇਤ ਕਰਦਾ ਹੈ। ਪ੍ਰਸਿੱਧੀ ਪ੍ਰਾਪਤ ਕਰਨੀ ਚਾਹੀਦੀ ਹੈ, ਪਰ ਚਰਿੱਤਰ ਗਵਾਉਣਾ ਨਹੀਂ ਚਾਹੀਦਾ। ਯੂਨੀਵਰਸਿਟੀਆਂ ਦੇ ਆਲੇ ਦੁਆਲੇ ਅਕਸਰ ਅਨਪੜ੍ਹ ਲੋਕ ਰਹਿੰਦੇ ਹਨ। ਘੱਟ ਗਿਣਤੀ ਕਦੀ-ਕਦੀ ਠੀਕ ਹੁੰਦੀ ਹੈ, ਪਰ ਬਹੁ ਗਿਣਤੀ ਅਕਸਰ ਗਲਤ ਹੁੰਦੀ ਹੈ। ਵੰਡੇ ਹੋਏ ਕੰਮਾਂ ਨੂੰ ਕਦੇ ਵੀ ਬਰਾਬਰ ਨਹੀਂ ਵੰਡਿਆ ਜਾਂਦਾ। ਗੁਆਂਢੀ ਨਾਲ ਸੰਬੰਧ ਚੰਗੇ ਰੱਖੋ, ਪਰ ਨਾ ਵਿਚਕਾਰਲੀ ਕੰਧ ਢਾਹੋ, ਨਾ ਹੀ ਸਬਜ਼ੀ ਦੀ ਕੌਲੀ ਦਾ ਲੈਣ ਦੇਣ ਕਰੋ। ਡਿਕਟੇਟਰ ਵਾਂਗ ਹਰੇਕ ਨਾਇਕ ਅੰਤ ਵਿੱਚ ਇੱਕ ਮੁਸੀਬਤ ਬਣ ਜਾਂਦਾ ਹੈ। ਜਿਹੜਾ ਲੋੜ ਨਾਲੋਂ ਅਧਿਕ ਵੰਡਿਆਏ ਉਹ ਧੋਖਾ ਦੇ ਰਿਹਾ ਹੈ ਜਾਂ ਦੇਣਾ ਚਾਹੁੰਦਾ ਹੈ। ਚਾਪਲੂਸ ਜਿਸ ਦੀ ਚਾਪਲੂਸੀ ਕਰਦਾ ਹੈ ਉਸ ਉੱਤੇ ਅੰਦਰੋਂ ਹੱਸ ਰਿਹਾ ਹੁੰਦਾ ਹੈ। ਸੰਸਾਰ ਤੁਰਦਿਆਂ ਦੇ ਨਾਲ ਤੁਰਦਾ ਹੈ, ਸੰਸਾਰ ਬੈਠਦਾ ਰੁਕਦਾ ਨਹੀਂ। ਜੇ 3 ਬੰਦੇ ਰਲ ਕੇ ਜੂਆ ਖੇਡਣ ਜਾਂ ਸ਼ਰਾਬ ਪੀਣ ਤਾਂ ਤਿੰਨਾਂ ਵਿੱਚੋਂ 2 ਦਾ ਨੁਕਸਾਨ ਹੋਵੇਗਾ, ਤੀਜਾ ਲਾਭ ਉਠਾਵੇਗਾ। ਝਗੜਾ ਕੋਈ ਹੋਵੇ, ਨੁਕਸਾਨ ਅਨੁਮਾਨ ਨਾਲੋਂ ਹਮੇਸ਼ਾ ਵੱਧ ਹੁੰਦਾ ਹੈ। ਵਪਾਰੀ ਵਾਸਤੇ ਇਮਾਨਦਾਰੀ ਵੀ ਇੱਕ ਸੌਦਾ ਹੁੰਦੀ ਹੈ। ਜਲਵੇ ਵਿਖਾਉਣਾ ਹੁਸਨ ਦੀ ਆਦਤ ਹੁੰਦੀ ਹੈ। ਪੁਰਸ਼ ਸੋਚਣ ਵਿੱਚ ਨਿਪੁੰਨ ਹੁੰਦੇ ਹਨ, ਇਸਤਰੀਆਂ ਸੋਚਣ ਤੋਂ ਬਿਨਾਂ ਹੀ ਫੈਸਲੇ ਕਰਨ ਵਿੱਚ ਮਾਹਿਰ ਹੁੰਦੀਆਂ ਹਨ। ਸਮਾਜ ਵਿੱਚ ਪਰਿਵਾਰ ਹੀ ਇੱਕੋ ਇੱਕ ਥਾਂ ਹੈ ਜਿੱਥੇ ਰਿਸ਼ਤੇ ਲਾਭ ਉਠਾਉਣ ਦੀ ਬਿਰਤੀ ਤੋਂ ਮੁਕਤ ਹੁੰਦੇ ਹਨ। ਇਸਤਰੀ ਪੁਰਸ਼ ਦਾ ਦਿਲ ਜ਼ਖਮੀ ਕਰਕੇ ਨਹੀਂ, ਮੱਲਮ ਪੱਟੀ ਕਰਕੇ ਜਿੱਤਦੀ ਹੈ। ਨਿੱਜੀ ਸਵਾਰਥ ਪਰਿਵਾਰਕ ਮਾਣ ਸਤਿਕਾਰ ਵੱਲ ਪਿੱਠ ਕਰਕੇ ਹੀ ਪੂਰੇ ਕੀਤੇ ਜਾ ਸਕਦੇ ਹਨ। ਪੁਰਸ਼ ਆਪਣੇ ਭੇਤਾਂ ਨਾਲੋਂ ਵੀ ਹੋਰਾਂ ਦੇ ਭੇਤ ਵਧੇਰੇ ਨਿਪੁੰਨਤਾ ਨਾਲ ਸਾਂਭਦਾ ਹੈ। ਇਸਤਰੀ ਵਿੱਚ ਹੋਰਾਂ ਦੇ ਭੇਤਾਂ ਨੂੰ ਨਹੀਂ, ਆਪਣੇ ਭੇਤਾਂ ਨੂੰ ਸਾਂਭਣ ਦੀ ਹੀ ਯੋਗਤਾ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।